हेलो एवरीवन। बेटा अज का जोड़ा अपना टॉपिक है वो एडवांस अकाउंटिंग का अगला टॉपिक आप हम तक 3 टॉपिक कर चुके हैं। वैल्यूएशन ऑफ शेयर, वैल्यूएशन ऑफ गुडविल, इंश्योरेंस क्लेम्स। हम टॉपिक करने जा रहे हैं अमलगामेशन एंड एक्सटर्नल रिकनस्ट्रक्शन। अमलगामेशन एंड एक्सटर्नल रिकनस्ट्रक्शन ਜਿਹੜੇ ਸਾਡੇ ਮੇਨ 3 टर्म्स यूज ਹੁੰਦੀਆਂ ਇਹਦੇ ਨਾਲ ਰਿਲੇਟਡ ਉਹ टर्म्स ਕਿਹੜੀਆਂ ਨੇ? अमलगामेशन, एब्जॉर्प्शन एंड एक्सटर्नल रिकनस्ट्रक्शन। ठीक है, मैं इस रिलेटेड टॉपिक की ਤੁਹਾਡੇ ਨਾਲ स्क्रीन शेयर ਕਰਨ ਜਾ ਰਹੇ ਹਾਂ ਤੇ ਟੌਪਿਕ ਬਾਰੇ ਗੱਲ ਕਰਾਂਗੇ। ਅਮਲਗਾਮੇਸ਼ਨ ਮੀਨਸ ਜਦੋਂ ਦੋ ਕੰਪਨੀਆਂ ਮਿਲ ਕੇ ਤੀਜੀ ਨਵੀਂ ਕੰਪਨੀ ਬਣਾਉਂਦੀਆਂ ਨੇ ਉਹਨੂੰ ਅਸੀਂ ਅਮਲਗਾਮੇਸ਼ਨ ਕਹਿੰਦੇ ਹਾਂ। ਠੀਕ ਹੈ, ਦੋ ਕੰਪਨੀਆਂ ਮਿਲ ਕੇ ਤੀਜੀ ਨਵੀਂ ਕੰਪਨੀ ਬਣਾਉਂਦੀਆਂ ਨੇ। ਜਿਵੇਂ ਕਿ ਲੇਟੈਸਟ ਤੁਸੀਂ ਐਗਜ਼ਾਮਪਲ ਇਹਦੇ ਵਿੱਚ ਦੇਖ ਸਕਦੇ ਹੋ, ਜਿਹੜੀ ਵੋਡਾਫੋਨ ਤੇ ਆਈਡੀਆ ਇਹਨਾਂ ਨੇ ਮਿਲ ਕੇ ਤੀਜੀ ਨਵੀਂ ਕੰਪਨੀ ਬਣਾਤੀ। ਕੰਪਨੀ ਦਾ ਨਾਮ ਹੋ ਗਿਆ ਵੋਡਾਫੋਨ ਆਈਡੀਆ ਲਿਮਟਿਡ। ਪਹਿਲੇ ਜਿਹੜਾ ਹੈ ਵੋਡਾਫੋਨ ਇੱਕ ਅਲੱਗ ਕੰਪਨੀ ਸੀ, ਆਈਡੀਆ ਇੱਕ ਅਲੱਗ ਕੰਪਨੀ ਸੀ, ਵੋਡਾਫੋਨ ਲਿਮਟਿਡ, ਆਈਡੀਆ ਲਿਮਟਿਡ। ਹੁਣ ਇਹ ਦੋਨੋਂ ਕੰਬਾਈਨ ਹੋ ਕੇ ਵੋਡਾਫੋਨ ਆਈਡੀਆ ਲਿਮਟਿਡ ਬਣ ਗਈ। ਦਿਸ ਇਜ਼ ਦ ਕੇਸ ਆਫ ਅਮਲਗਾਮੇਸ਼ਨ। ਐਬਜ਼ੌਰਪਸ਼ਨ ਦੇ ਵਿੱਚ ਕੀ ਹੁੰਦਾ ਹੈ, ਇੱਕ ਕੰਪਨੀ ਕਿਸੇ ਦੂਸਰੀ ਕੰਪਨੀ ਨੂੰ ਖਰੀਦ ਲੈਂਦੀ ਹੈ ਤਾਂ ਦੂਜੀ ਕੰਪਨੀ ਜਿਹੜੀ ਹੈ ਉਹ ਬੰਦ ਹੋ ਜਾਂਦੀ ਹੈ, ਪਹਿਲੀ ਕੰਪਨੀ ਐਗਜ਼ਿਸਟ ਕਰਦੀ ਹੈ, ਪਹਿਲੀ ਕੰਪਨੀ ਚਲਦੀ ਰਹਿੰਦੀ ਹੈ। ठीक है, फॉर एग्जांपल ए लिमिटेड एंड बी लिमिटेड। ए लिमिटेड ने बी लिमिटेड ਨੂੰ ਖਰੀਦ ਲਿਆ ਤਾਂ बी लिमिटेड ਬੰਦ ਹੋ ਜਾਏਗੀ, ए लिमिटेड ਚਲਦੀ ਰਹੇਗੀ। ਇਹਨੂੰ ਅਸੀਂ ਕਵਾਂਗੇ ਐਬਜ਼ੌਰਪਸ਼ਨ। ਠੀਕ ਹੈ, ਐਕਸਟਰਨਲ ਰਿਕਨਸਟਰਕਸ਼ਨ ਦੇ ਵਿੱਚ ਸੇਮ ਕੰਪਨੀ ਆਪਣੇ ਆਪ ਨੂੰ ਰੀਸਟਰਕਚਰ ਕਰਦੀ ਹੈ, ਰੀਕਨਸਟਰਕਟ ਕਰਦੀ ਹੈ, यानी वो अपने आप ਨੂੰ ਹੀ ਸੇਲ ਕਰ ਦਿੰਦੀ ਹੈ ਤੇ ਨਵੀਂ ਕੰਪਨੀ ਬਣ ਜਾਂਦੀ ਹੈ। ਉਹ ਨਵੀਂ ਕੰਪਨੀ ਉਹਨੂੰ ਖਰੀਦ ਲੈਂਦੀ ਹੈ। ਠੀਕ ਹੈ, ਉਹ ਸੇਮ ਕੰਪਨੀ ਨੂੰ ਖਰੀਦ ਰਹੀ ਹੈ, ਬਸ ਨੇਮ ਚੇਂਜਿੰਗ ਟਾਈਪ ਕਹਿ ਸਕਦੇ ਹਾਂ ਅਸੀਂ। ਤੇ ਰੀਕਨਸਟਰਕਸ਼ਨ ਹੋ ਜਾਂਦੀ ਹੈ, ਜਿਹੜੀਆਂ ਉਹਨਾਂ ਦੀਆਂ ਡੈਫਿਸਿਟਸ ਵਗੈਰਾ ਹੁੰਦੀਆਂ ਜਾਂ ਸਰਪਲਸਿਸ ਵਗੈਰਾ ਜੋ ਵੀ ਹੈ, ਜੋ ਐਡਜਸਟਮੈਂਟਸ ਦੀ ਲੋੜ ਹੁੰਦੀ ਹੈ ਉਹ ਐਡਜਸਟਮੈਂਟ ਕਰ ਲੈਂਦੇ। ਠੀਕ ਹੈ, ਦਿਸ ਇਜ਼ ਦ ਕੇਸ ਆਫ ਐਕਸਟਰਨਲ ਰਿਕਨਸਟਰਕਸ਼ਨ। ਇਸੇ ਤਰ੍ਹਾਂ ਇੱਕ ਹੋਰ ਹੈ ਟਰਮ ਇੰਟਰਨਲ ਰਿਕਨਸਟਰਕਸ਼ਨ। ਇੰਟਰਨਲ ਰਿਕਨਸਟਰਕਸ਼ਨ ਚ ਕੰਪਨੀ ਬਣਨੀ ਹੁੰਦੀ, ਉਹਦੇ ਲਈ ਆਪਣਾ ਇੱਕ ਅਲੱਗ ਟੌਪਿਕ ਹੈ। ਆਪਾਂ ਉਸ ਟੌਪਿਕ ਨੂੰ ਕਰਾਂਗੇ ਅੱਗੇ ਡਿਸਕਸ਼ਨ ਦੇ ਵਿੱਚ। ਹੁਣ ਅਸੀਂ ਅੱਗੋਂ ਡਿਟੇਲ ਇਹਦੀ ਸਟੱਡੀ ਕਰਨ ਜਾ ਰਹੇ ਹਾਂ। ਅਮਲਗਾਮੇਸ਼ਨ ਐਂਡ ਐਬਜ਼ੌਰਪਸ਼ਨ। ਅਮਲਗਾਮੇਸ਼ਨ, sometimes companies carrying on similar business combine with each other to obtain economies of large scale production or to avoid the disastrous results of cutthroat competition. It is being done by amalgamation and absorption. बेटा जिवें वोडाफोन ते आइडिया दी मैं एग्जांपल ली, जियो दे आने नाल इन्हां दा कंपटीशन बहुत ज़्यादा बढ़ गया और कंपनियां ने आपसी कंपटीशन ਨੂੰ ਘੱਟ ਕਰਨ ਲਈ ਇਕੱਠੀਆਂ ਹੋ ਗਈਆਂ। कम से कम आपसी कंपटीशन ਦਾ ਘੱਟ ਹੋ ਗਿਆ। ਦੋਨੋਂ ਕੰਪਨੀ ਮਿਲ ਕੇ ਜਿਹੜੀ ਹੈ ਲਾਰਜ ਸਕੇਲ ਪ੍ਰੋਡਕਸ਼ਨ, ਇੱਕ ਦੂਜੇ ਦੇ ਟਾਵਰ ਵੀ ਯੂਜ਼ ਹੋਣਗੇ, ਉਹਨਾਂ ਦੀਆਂ ਫੈਸਿਲਿਟੀਜ਼ ਵੀ ਯੂਜ਼ ਕਰਨੀਆਂ, ਤਾਂ ਉਹ ਇਕੱਠੇ ਹੋ ਗਏ। ਇਸੇ ਤਰ੍ਹਾਂ ਕੰਪਨੀਆਂ ਆਪਸੀ ਕੰਪੀਟੀਸ਼ਨ ਨੂੰ ਖਤਮ ਕਰਨ ਵਾਸਤੇ ਇਕੱਠੀਆਂ ਹੋ ਜਾਂਦੀਆਂ। ਕਈ ਵਾਰੀ ਕੰਪੀਟੀਟਿਵ ਪ੍ਰਾਈਸਿਸ ਵਾਸਤੇ ਇਕੱਠੀਆਂ ਹੋ ਜਾਂਦੀਆਂ। ਫॉर एग्जांपल ਇੱਕ ਕੰਪਨੀ A ਲਿਮਟਿਡ B ਲਿਮਟਿਡ ਨੂੰ ਰॉ ਮਟੀਰੀਅਲ ਪ੍ਰੋਵਾਈਡ ਕਰਦੀ ਹੈ। ਠੀਕ ਹੈ, ਤਾਂ B ਲਿਮਟਿਡ A ਲਿਮਟਿਡ ਨਾਲ ਰਲ ਗਈ ਇਸ ਲਈ ਕਿ ਰॉ ਮਟੀਰੀਅਲ ਸਸਤਾ ਮਿਲ ਜਾਏ, ਸਾਡੇ ਕੰਪੀਟੀਟਰਸ ਨਾਲੋਂ ਸਾਨੂੰ ਰॉ ਮਟੀਰੀਅਲ ਜਿਹੜਾ ਹੈ ਉਹ ਸਸਤਾ ਮਿਲ ਜਾਏ। ਇਸੇ ਤਰ੍ਹਾਂ ਕਈ ਹੋਰ ਤਰ੍ਹਾਂ ਦੇ ਬੈਨੀਫਿਟਸ ਜਿਹੜੇ ਹੈ ਉਹ ਕੰਪਨੀਆਂ ਲੈਣ ਵਾਸਤੇ ਇੱਕ ਦੂਜੇ ਨਾਲ ਇਕੱਠੀਆਂ ਹੋ ਜਾਂਦੀਆਂ। ਠੀਕ ਹੈ, term it is being done by amalgamation and absorption. Amalgamation ਦਾ ਮਤਲਬ ਕੀ ਹੈ? The term amalgamation is used when two or more companies carrying on similar business go into liquidation and a new company is formed to take over their business. amalgamation ਦਾ ਮਤਲਬ ਮੈਂ ਪਹਿਲੇ ਵੀ ਦੱਸ ਕੇ ਹਟਿਆ ਵੀ ਦੋ ਕੰਪਨੀਆਂ ਮਿਲ ਕੇ ਤੀਜੀ ਨਵੀਂ ਕੰਪਨੀ ਬਣਾ ਲੈਂਦੀਆਂ ਤਾਂ ਪਹਿਲੀਆਂ ਦੋਨਾਂ ਦੀ ਐਗਜ਼ਿਸਟੈਂਸ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਪਹਿਲੀਆਂ ਦੋ ਕੰਪਨੀਆਂ ना वोडाफोन लिमिटेड एग्जिस्ट कर रही है, ना आइडिया लिमिटेड एग्जिस्ट कर रही है। नवी कंपनी है VI लिमिटेड, वोडाफोन आइडिया लिमिटेड। दिस इज द केस ऑफ अमलगामेशन। Then absorption. The term absorption is used when an existing company takes over the business of one or more existing companies. ਜਦੋਂ ਕੋਈ existing company already ਚੱਲ ਰਹੀਆਂ ਕੰਪਨੀਆਂ ਦਾ ਬਿਜ਼ਨਸ ਪਰਚੇਸ ਕਰ ਲੈਂਦੀਆਂ, ਟੇਕਸ ਓਵਰ ਕਰ ਲੈਂਦੀਆਂ, ਟੇਕ ਓਵਰ ਕਰ ਲੈਂਦੀਆਂ, उस केस ਨੂੰ ਅਸੀਂ absorption ਦਾ ਕੇਸ ਕਹਿੰਦੇ ਹਾਂ। एग्जांपल ਦੇ ਤੌਰ ਤੇ if X limited and Y limited join to form XY limited, it is amalgamation. And if X limited is acquired by Y limited and Y limited is no more, the X limited is no more there, now there is only Y limited is
इट इज द प्रोसेस ऑफ एब्जॉर्प्शन। ठीक है, एक्स लिमिटेड ਨੂੰ वाई लिमिटेड ने अक्वायर कर लिया तो एक्स लिमिटेड ਜਿਹੜੀ ਹੈ ਉਹ ਹੁਣ ਐਗਜ਼ਿਸਟੈਂਸ ਹੈ ਨਹੀਂ ਗੀ। वाई लिमिटेड ਜਿਹੜੀ ਹੈ ਉਹਨੇ ਉਹ ਐਗਜ਼ਿਸਟੈਂਸ ਹੈ, ਉਹਨੇ एक्स लिमिटेड ਨੂੰ ਆਪਣੇ ਅੰਦਰ ਐਬਜ਼ੌਰਬ ਕਰ ਲਿਆ, ਸਮੋ ਲਿਆ, ਆਪਣੇ ਅੰਦਰ ਸ਼ਾਮਿਲ ਕਰ ਲਿਆ। ठीक है, दिस इज द केस ऑफ एब्जॉर्प्शन। बैंक ਇਹਦੀ एग्जांपल ਹੋਰ ਲਈ ਜਾ ਸਕਦੀ ਹੈ। बैंक ऑफ पंजाब लिमिटेड वाज अमलगामेटेड विद सेंचुरियन बैंक लिमिटेड एंड फॉर्म सेंचुरियन बैंक ऑफ पंजाब लिमिटेड। दो बैंक ਸੀਗੇ ਐਗਜ਼ਿਸਟੈਂਸ ਦੇ ਵਿੱਚ, बैंक ऑफ पंजाब एंड सेंचुरियन बैंक लिमिटेड। ਇਹ ਦੋਨਾਂ ਨੇ ਮਿਲ ਕੇ ਇੱਕ ਨਵਾਂ ਬੈਂਕ ਬਣਾਇਆ ਸੀ। ਬੈਂਕ ਦਾ ਨਾਮ ਬਣਿਆ सेंचुरियन बैंक ऑफ पंजाब लिमिटेड। ਇਹ केस ऑफ अमलगामेशन, दो कंपनियां मिलके तीजी नवी कंपनी बन गई और कंबाइन नेम हो गया सेंचुरियन बैंक ऑफ पंजाब लिमिटेड। ठीक है, ये तीजी नवी कंपनी बन गई, यानी पहले बैंक ऑफ पंजाब लिमिटेड ते सेंचुरियन बैंक लिमिटेड दी एग्जिस्टेंस अपने आप च खत्म होगी, हालांकि वही ब्रांचेस है, वही सब कुछ है। ठीक है, नेम हो गया सेंचुरियन बैंक ऑफ पंजाब लिमिटेड। इट इज अ केस ऑफ अमलगामेशन। देन later on HDFC Bank Limited acquired the Centurion Bank of Punjab Limited। उस तो बाद HDFC Bank ने Centurion Bank of Punjab Limited ਨੂੰ acquire कर लिया। ठीक है, acquire कर लिया यानी खरीद लिया, ਉਹਨੂੰ ਆਪਣੇ ਅੰਦਰ ਸ਼ਾਮਿਲ ਕਰ ਲਿਆ। ਹੁਣ ਜਿਹੜਾ ਹੈ Centurion Bank of Punjab Limited ਐਗਜ਼ਿਸਟੈਂਸ ਖਤਮ ਹੋ ਗਈ। HDFC Bank Limited ਦੀ HDFC Limited ਦੀ ਐਗਜ਼ਿਸਟੈਂਸ ਉਸੇ ਤਰ੍ਹਾਂ ਸਟੈਂਡ ਕਰ ਰਹੀ ਹੈ। ਤਾਂ ਇਹ ਜਿਹੜਾ ਕੇਸ ਹੈ ਇਹ ਐਬਜ਼ੌਰਪਸ਼ਨ ਦਾ ਕੇਸ ਹੈ। एक कंपनी दोनों चो एग्जिस्ट करती है, दूजी कंपनी खत्म हो जाती है। ठीक है, बेसिकली वड्डी कंपनी छोटी कंपनी ਨੂੰ परचेज कर लेती है। दिस इज द केस ऑफ एब्जॉर्प्शन। ठीक है, ਹੁਣ ਜਦੋਂ ਇਹ ਕੇਸਿਸ ਹੋਣਗੇ, ਬਿਜ਼ਨਸ ਸੇਲ ਹੋਏਗਾ ਤਾਂ ਕਈ ਤਰ੍ਹਾਂ ਦੇ ਰੂਲਸ ਰੈਗੂਲੇਸ਼ਨ ਹੋਣਗੇ, ਤਾਂ ਇਹਦੇ ਨੂੰ ਕੰਟਰੋਲ ਕਰਨ ਲਈ ਜਿਹੜੇ ਰੂਲਸ ਰੈਗੂਲੇਸ਼ਨ ਹੈ ਉਹਦੇ ਵਿੱਚ ਅਕਾਊਂਟਿੰਗ ਸਟੈਂਡਰਡ 14 ਇਹਦਾ ਬਹੁਤ ਮੇਜਰ ਰੋਲ ਹੈ। ਔਰ ਜ਼ਿਆਦਾਤਰ ਇਹ 1 ਅਪ੍ਰੈਲ 95 ਤੋਂ ਬਾਅਦ ਲਾਗੂ ਹੋਇਆ ਤੇ 1 ਅਪ੍ਰੈਲ 16 ਤੋਂ ਪਹਿਲੇ ਤੱਕ ਦੇ 2016 ਤੋਂ ਪਹਿਲੇ ਤੱਕ ਦੇ ਸਾਰੇ ਕੇਸਿਸ ਤੇ ਅਕਾਊਂਟਿੰਗ ਸਟੈਂਡਰਡ 14 ਫੁੱਲੀ ਐਪਲੀਕੇਬਲ ਸੀਗਾ। ਅਕਾਊਂਟਿੰਗ ਫॉर ਅਮਲਗਾਮੇਸ਼ਨ ਸਟੈਂਡਰਡ 14 ਕੀ ਕਹਿੰਦਾ ਹੈ? ਅਕਾਊਂਟਿੰਗ ਫॉर ਅਮਲਗਾਮੇਸ਼ਨ ਇਸ਼ੂਡ ਬਾय ICI is applicable in respect of accounting periods commencing on or after 1st April 95। accounting standard 14 ਜਿਹੜਾ ਹੈ 1st April 95 ਤੋਂ applicable ਸੀਗਾ and mandatory in nature। it is mandatory for all companies for their mergers and acquisitions, for their amalgamation and acquisitions। This standard specifies the procedure of accounting for amalgamations and treatment of any resultant goodwill or reserve। standard ਦੇ according ਹੀ ਜਿਹੜੀ ਕੋਈ goodwill ਹੈ, reserve ਹੈ ਜਾਂ ਹੋਰ ਜਿਹੜੀਆਂ ਐਡਜਸਟਮੈਂਟਸ ਹੈ ਉਹ ਫੋਲੋ ਕਰਨੀਆਂ ਪੈਂਦੀਆਂ ਸੀ। ਇਸ ਸਟੈਂਡਰਡ ਨੇ ਦੋ ਕੇਸਿਸ ਬਣਾਏ ਸੀ, ਅਮਲਗਾਮੇਸ਼ਨ ਇਨ ਦਾ ਨੇਚਰ ਆਫ ਮਰਜਰ ਐਂਡ ਅਮਲਗਾਮੇਸ਼ਨ ਇਨ ਦਾ ਨੇਚਰ ਆਫ ਪਰਚੇਜ਼। ਅੱਗੇ ਆਪਾਂ ਇਹਦੇ ਬਾਰੇ ਡਿਟੇਲ ਗੱਲ ਕਰਾਂਗੇ। Recently accounting standard 14 has been replaced by Indian accounting standard 103। ਹੁਣ ਨਵਾਂ accounting standard 103 applicable ਹੈ। ਇਹ accounting standard ਦਾ ਨੇਮ ਹੈ business combinations issued by ICAI। ICAI ਹੀ ਸਾਰੇ ਸਟੈਂਡਰਡਸ ਜਿਹੜਾ ਬਣਾਉਂਦਾ ਹੈ accounting standard board ਨਾਲ ਮਿਲ ਕੇ। this standard is applicable in respect of accounting period commencing on or after 1st April 2016 and is mandatory in nature। ਇਹ ਸਟੈਂਡਰਡ ਜਿਹੜਾ ਹੈ 1 ਅਪ੍ਰੈਲ 2016 ਤੋਂ ਜਿਹੜੇ ਬਾਅਦ ਜਿਹੜੇ ਮਰਜਰ ਐਕੁਜੀਸ਼ਨਸ ਹੈ ਉਹਨਾਂ ਤੇ ਐਪਲੀਕੇਬਲ ਹੈ। ਠੀਕ ਹੈ, ਦੈਨ ਨੈਕਸਟ ਜਿਹੜਾ ਹੈ ਅਕਾਊਂਟਿੰਗ ਸਟੈਂਡਰਡ 14 ਦੀ ਡਿਟੇਲ ਵੀ ਜਿਹੜੀਆਂ ਉਹਦੀਆਂ ਕੰਡੀਸ਼ਨਸ ਹੈ। types of amalgamation from accounting point of view there are two types of amalgamation। amalgamation in the nature of merger or pooling interest of amalgamation, then amalgamation in the nature of purchase or it is called purchase method। ठीक है जी, then amalgamation in the nature of merger or pooling interest method of amalgamation। ਇਹਦੇ ਵਿੱਚ ਕੁਝ ਸ਼ਰਤਾਂ ਨੇ, ਜਦੋਂ ਜੇ ਸਾਰੀਆਂ ਸ਼ਰਤਾਂ ਪੂਰੀਆਂ ਹੁੰਦੀਆਂ ਤਾਂ ਅਸੀਂ ਕਵਾਂਗੇ amalgamation in the nature of merger ਹੈ, otherwise amalgamation is in the nature of purchase ਹੈ। ਇੱਕ ਵੀ ਸ਼ਰਤ ਪੈਂਡਿੰਗ ਹੈ ਤਾਂ amalgamation in the nature of purchase। accounting standard 14 provides the following condition for amalgamation in the nature of merger। first, assets and liabilities। assets and liabilities ਵਾਲਾ ਜਿਹੜਾ ਸ਼ਰਤ ਹੈ ਉਹ ਕਹਿੰਦੇ ਵੀ all the assets and liabilities of the transfer company after amalgamation become the assets and liabilities of the transferee company। transfer company ਦੀਆਂ ਸਾਰੀਆਂ assets ਤੇ liabilities
ट्रांसफर कंपनी ਦੀਆਂ ਸਾਰੀਆਂ ਐਸੈਟਸ ਐਂਡ ਲਾਇਬਿਲਿਟੀ ਜਿਹੜੀਆਂ ਹੈ ਉਹ ट्रांसफरी कंपनी ਦੀਆਂ ਐਸੈਟਸ ਐਂਡ ਲਾਇਬਿਲਿਟੀਜ਼ ਬਣ ਜਾਣਗੀਆਂ। ਉਹਨਾਂ ਨੂੰ ਉਸੇ ਵੈਲਿਊ ਤੇ ਬੁੱਕ ਵੈਲਿਊ ਤੇ ਹੀ ਟੇਕ ਓਵਰ ਕੀਤਾ ਜਾਏਗਾ। ਅੱਗੇ ਇੱਕ ਪੁਆਇੰਟ ਆਏਗਾ ਸ਼ੇਅਰ ਕੈਪੀਟਲ। shareholders holding not less than 90% of the face value of equity share capital in the transfer company become the shareholder of the transferring company after amalgamation। amalgamation ਤੋਂ ਬਾਅਦ 90% ਤੋਂ ਜ਼ਿਆਦਾ ਸ਼ੇਅਰ ਹੋਲਡਰ ਜਿਹੜੇ ਹੈ ਟ੍ਰਾਂਸਫਰੀ ਕੰਪਨੀ ਦੇ ਉਹ ਟ੍ਰਾਂਸਫਰ ਕੰਪਨੀ ਦੇ ਸ਼ੇਅਰ ਹੋਲਡਰ ਟ੍ਰਾਂਸਫਰੀ ਕੰਪਨੀ ਦੇ ਸ਼ੇਅਰ ਹੋਲਡਰ ਬਣ ਜਾਣਗੇ। ਉਹ ਉਹਨਾਂ ਦੇ ਸ਼ੇਅਰਸ ਉਹਨਾਂ ਨੂੰ ਜਿਹੜੀ ਪੇਮੈਂਟ ਹੈ ਬੇਸਿਕਲੀ ਇਨ ਦਾ ਫਾਰਮ ਆਫ ਸ਼ੇਅਰਸ ਕੀ ਹੋਏਗੀ। Discharge of purchase consideration. The purchase consideration is discharged by transferring company fully by way of equity share, except the fraction which are issued by way of cash। सारी दी सारी ਜਿਹੜੀ payment ਹੈ ਉਹ basically ਜਿਹੜੀ payment ਜਿਹੜੀ share holders ਨੂੰ ਹੋਏਗੀ ਉਹ in the form of shares ਹੋਏਗੀ, equity shares ਹੋਏਗੀ। ਅਗਰ ਕੋਈ fraction ਬਣਦੀ ਹੈ ਤਾਂ fraction ਦੇ ਬਦਲੇ ਜਿਹੜਾ ਹੈ ਉਹ ਜ਼ਰੂਰ ਜਿਹੜਾ ਹੈ ਕੈਸ਼ ਦਿੱਤਾ ਜਾ ਸਕਦਾ ਅਗਰ ਪੁਆਇੰਟਸ ਦੇ ਵਿੱਚ ਨਿਕਲ ਆਉਂਦੇ shares, ठीक है। Then business of the transfer company is intended to be carried out by the transferring company। transferring company वास्ते जरूरी है कि वो transfer company ਦਾ business भी carry on रखे, business ਨੂੰ ਚਲਾਏ ਰੱਖੇ ਉਸੇ ਤਰ੍ਹਾਂ same business ਚੱਲਦਾ ਰਹੇ। Then book value, no adjustments are to be made in the book values of the assets and liabilities except to ensure the uniformity of the accounting policies। accounting policies ਦੀ uniformity ਨੂੰ ਛੱਡ ਕੇ otherwise ਕਿਸੇ ਵੀ ਰੀਜ਼ਨ ਨਾਲ ਜਿਹੜੀ ਹੈ ਬੁੱਕ ਵੈਲਿਊ ਦੇ ਵਿੱਚ ਐਡਜਸਟਮੈਂਟ ਨਹੀਂ ਕੀਤੀ ਜਾਏਗੀ। ਯਾਨੀ ਜੋ ਟ੍ਰਾਂਸਫਰੀ ਕੰਪਨੀ ਦੀ ਟ੍ਰਾਂਸਫਰਰ ਕੰਪਨੀ ਦੀ ਬੁੱਕ ਵੈਲਿਊ ਸ਼ੋ ਹੋ ਰਹੀ ਹੈ ਕਿਸੇ ਐਸੈਟਸ ਐਂਡ ਲਾਇਬਿਲਿਟੀ ਦੀ ਉਹ ਸੇਮ ਦੀ ਸੇਮ ਬੁੱਕ ਵੈਲਿਊ ਤੇ ਹੀ ਐਸੈਟਸ ਐਂਡ ਲਾਇਬਿਲਿਟੀਜ਼ ਟੇਕ ਓਵਰ ਹੋਣਗੇ ਮਰਜਰ ਦੇ ਕੇਸ ਦੇ ਵਿੱਚ। ਅਗਰ ਇਹਨਾਂ ਪੰਜਾਂ ਚੋਂ ਕੋਈ ਵੀ ਕੰਡੀਸ਼ਨ ਪੈਂਡਿੰਗ ਰਹਿ ਜਾਂਦੀ ਹੈ ਤਾਂ ਉਹ ਅਮਲਗਾਮੇਸ਼ਨ ਇਨ ਦਾ ਨੇਚਰ ਆਫ ਪਰਚੇਜ਼ ਬਣ ਜਾਏਗਾ। ਜਿਹੜੀ ਇਹ ਗੱਲ ਕਹੀ ਹੈ ਯੂਨੀਫਾਰਮਿਟੀ ਆਫ ਦਾ ਅਕਾਊਂਟਿੰਗ ਪਾਲਿਸੀ, ਯੂਨੀਫਾਰਮਿਟੀ ਆਫ ਦਾ ਅਕਾਊਂਟਿੰਗ ਪਾਲਿਸੀ ਕਰਨ ਦਾ ਮਤਲਬ ਹੈ ਕਿ ਅਗਰ ਮੰਨ ਲਓ डेप्रीशिएशन लगाने का मैथड ए कंपनी जी है वो रिटर्न डाउन वैल्यू मैथड लगा रही है, बी कंपनी स्ट्रेट लाइन मैथड लगा रही है, तो बी कंपनी अगर ए कंपनी परचेज कर रही है तो वो एसेट्स की वैल्यू ਨੂੰ चेंज जी है स्ट्रेट लाइन मैथड के अकॉर्डिंग डेप्रीशिएशन वास्ते कर सकती है। ठीक है, पॉलिसी सेम है क्योंकि साडी पॉलिसी है कि असं स्ट्रेट लाइन मैथड लगाना है। इस तरह अगर स्टॉकिंग जी है वो लीफो या फीफो मैथड यूज कर रही है कंपनी, एक कंपनी फीफो कर रही है दूजी लीफो कर रही है, तो जी परचेजिंग कंपनी है ट्रांसफरिंग कंपनी है वो कंपनी अपनी पॉलिसी के अकॉर्डिंग स्टॉक ਨੂੰ एडजस्ट कर सकती है। अदरवाइज नो एडजस्टमेंट इज इन द बुक वैल्यू ऑफ एसेट्स एंड लायबिलिटीज इज अलाउड इन द केस ऑफ मर्जर। ठीक है, देन अमलगामेशन इन द नेचर ऑफ परचेज पहले ही दसिया भी जे एक भी कंडीशन पेंडिंग है तो अमलगामेशन इन द नेचर ऑफ परचेज का केस बन जाएगा। Amalgamation in the nature of purchase is described as an amalgamation which does not satisfy one or more conditions of amalgamation in the nature of merger। In purchase method, one company makes a complete purchase of interest of the equity shareholders of another company। हाँ जी, परचेज मैथड ਦੇ ਵਿੱਚ अगर एक भी कंडीशन मर्जर वाली कंडीशन ਦੇ ਵਿੱਚ कोई भी कंडीशन पेंडिंग है तो वो परचेज मैथड बन जाएगा। परचेज मैथड ਦੇ ਵਿੱਚ ਅਸੀਂ ਕਹਿੰਦੇ ਆ ਵੀ ਅਸੀਂ ਇੰਟਰਸਟ ਪਰਚੇਜ਼ ਕੀਤਾ ਹੈ ਟ੍ਰਾਂਸਫਰ ਕੰਪਨੀ ਦੇ ਸ਼ੇਅਰ ਹੋਲਡਰਸ ਦਾ ਉਹਨਾਂ ਦੀ ਕੰਪਨੀ ਦੇ ਵਿੱਚ। ਠੀਕ ਹੈ, ਦੈਨ ਪਰਚੇਜ਼ ਕੰਸੀਡਰ ਹੁਣ ਬਿਜ਼ਨਸ ਜਦੋਂ ਖਰੀਦਦੇ ਆ ਅਸੀਂ ਕਿਸੇ ਵੀ ਕੰਪਨੀ ਦਾ, ਇੱਕ ਕੰਪਨੀ ਦੂਜੀ ਕੰਪਨੀ ਨੂੰ ਖਰੀਦ ਰਹੀ ਹੈ ਜਾਂ ਤੀਜੀ ਨਵੀਂ ਕੰਪਨੀ ਪਹਿਲੀਆਂ ਦੋ ਕੰਪਨੀ ਨੂੰ ਖਰੀਦ ਰਹੀ ਹੈ ਤਾਂ ਉਹ ਪੇਮੈਂਟ ਕਰੇਗੀ। ਠੀਕ ਹੈ, ਪੇਮੈਂਟ ਜਿਹੜੀ ਹੈ ਉਹ ਕਿਸ ਤਰ੍ਹਾਂ ਹੋਏਗੀ that payment is called purchase consideration। ਇਹਦੇ different methods ਹੈ ਅਸੀਂ ਉਹ ਸਟੱਡੀ ਕਰਾਂਗੇ। purchase consideration is the amount which is paid by the acquirer company for the purchase of the business of acquiring company। acquirer company ਜਿਹੜੀ ਕੰਪਨੀ ਬਿਜ਼ਨਸ acquire ਕਰ ਰਹੀ ਹੈ, ਖਰੀਦ ਰਹੀ ਹੈ, ਲੈ ਰਹੀ ਹੈ, ਉਹ ਕੰਪਨੀ ਜਿਹੜਾ acquiring company ਜਿਹੜੀ ਕੰਪਨੀ acquire ਹੋ ਰਹੀ ਹੈ ਸੈਲਿੰਗ ਕੰਪਨੀ ਜਿਹਨੂੰ ਅਸੀਂ ਕਹਿ ਸਕਦੇ ਹਾਂ ਸੈਲਿੰਗ ਕੰਪਨੀ ਦੇ ਬਿਜ਼ਨਸ ਵਾਸਤੇ ਪੇਮੈਂਟ ਕਰੇਗੀ, ਜਿਹੜੀ ਵੀ ਅਮਾਉਂਟ ਉਹ ਪੇ ਕਰੇਗੀ ਉਹ ਪਰਚੇਸ ਕੰਸੀਡਰੇਸ਼ਨ ਹੈ। ਇਨ ਅਦਰ ਵਰਡਸ consideration for amalgamation means the aggregate of the shares and other securities issued and payment in cash or other assets by the acquirer company to the shareholders of the acquiring। selling company ਦੇ shareholders ਨੂੰ purchasing company ਜੋ ਵੀ payment ਕਰ ਰਹੀ ਹੈ
वो सारी परचेज कंसिडरेशन है। इट मे बी इन द फॉर्म ऑफ शेयर्स, सिक्योरिटीज, और इट मे बी इन द फॉर्म ऑफ कैश, ठीक है। बट अगों एक शर्त है कि पेमेंट्स मेड बाय टू द डिवेंचर होल्डर शुड नॉट बी कंसीडर्ड एज पार्ट ऑफ परचेज कंसिडरेशन। अगर डिवेंचर होल्डर्स वास्ते कुछ पेमेंट हो रही है तो उन्होंने पार्ट ऑफ परचेज कंसिडरेशन नहीं किया जा सकता, क्योंकि लायबिलिटी दी पेमेंट वास्ते वो हो रही है, वो बिजनेस परचेज वास्ते नहीं हो रही। देन मेथड्स ऑफ परचेज कंसिडरेशन, lump sum method, net worth और net assets method, net payment method, intrinsic value method। lump sum method ਦੇ ਵਿੱਚ ਦੋਨੋਂ ਕੰਪਨੀਆਂ ਦੇ ਜੋ ਮੈਨੇਜਮੈਂਟ ਹੈ ਉਹ ਬੈਠਦੀ ਹੈ ਤੇ ਇੱਕ ਫਾਈਨਲ ਅਮਾਉਂਟ ਡਿਸਾਈਡ ਕਰਦੀ ਹੈ ਕਿ ਇੰਨੀ ਅਮਾਉਂਟ ਪੇ ਕੀਤੀ ਜਾਏਗੀ। ਡੈਟ ਮੇ ਬੀ ਇਨ ਦਾ ਫਾਰਮ ਆਫ ਸ਼ੇਅਰਸ, ਕੈਸ਼, ਵਟਐਵਰ ਦਾ ਡਿਸੀਜਨ ਬੀਨ, ਉਹਨਾਂ ਦਾ ਆਪਸ ਚ ਬੈਠ ਕੇ ਜੋ ਵੀ ਡਿਸੀਜਨ ਹੋਏਗਾ ਕਿਸ ਤਰ੍ਹਾਂ ਪੇਮੈਂਟ ਕੀਤੀ ਜਾਏਗੀ। ਜ਼ਿਆਦਾਤਰ ਪੇਮੈਂਟ ਇਨ ਦਾ ਫਾਰਮ ਆਫ ਸ਼ੇਅਰਸ ਹੀ ਹੁੰਦੀ ਹੈ, ਕੈਸ਼ ਨਹੀਂ ਹੁੰਦੀ। ਦੈਨ ਨੈਟਵਰਥ ਮੈਥਡ ਦੇ ਵਿੱਚ कंपनी की नैटवर्थ कितनी है, नैट एसेट्स कितनी है, ਉਹਦੇ ਹਿਸਾਬ ਨਾਲ पेमेंट कर देते हैं। यानी सैलिंग कंपनी ਦੀਆਂ नैट एसेट्स ਕੱਢੀਆਂ ਜਾਂਦੀਆਂ, ਉਹ ਰੀਵੈਲਿਊਏਟ ਕਰਕੇ ਕਰਨੀ ਹੈ ਕਿ ਬੁੱਕ ਵੈਲਿਊ ਤੇ ਕਰਨੀ ਹੈ, ਇਹ ਤੁਹਾਡਾ ਡਿਸੀਜਨ ਜਿਹੜਾ ਮੈਨੇਜਮੈਂਟ ਦਾ ਹੋਏਗਾ। ਦੈਨ ਨੈਟ ਪੇਮੈਂਟ ਮੈਥਡ ਦੇ ਵਿੱਚ ਜਿਹੜੀ ਸੈਲਿੰਗ ਕੰਪਨੀ ਹੈ, ਪਰਚੇਸਿੰਗ ਕੰਪਨੀ ਹੈ, ਉਹ ਸੈਲਿੰਗ ਕੰਪਨੀ ਨੂੰ ਦੱਸਦੀ ਹੈ ਕਿ ਅਸੀਂ ਤੁਹਾਡੇ ਇਕੁਇਟੀ ਸ਼ੇਅਰ ਹੋਲਡਰ ਵਾਸਤੇ ਆ ਦੇਵਾਂਗੇ, ਪ੍ਰੈਫਰੈਂਸ ਸ਼ੇਅਰ ਹੋਲਡਰ ਵਾਸਤੇ ਆ ਦੇਵਾਂਗੇ, ਉਸ ਤੋਂ ਇਲਾਵਾ ਹੋਰ ਵੀ ਜੋ ਕੁਝ ਦੇਣਾ। यानी जो जो पेमेंट्स ਉਹ ਕਰਨ ਦਾ ਪ੍ਰੋਮਿਸ ਕਰਦੀ ਹੈ ਉਹ ਸਾਰੀਆਂ ਪੇਮੈਂਟਸ ਜਿਹੜੀਆਂ ਹੈ ਉਹ ਨੈਟ ਪੇਮੈਂਟ ਮੈਥਡ ਚ ਐਡ ਕਰਕੇ ਅਸੀਂ ਉਹਦੇ ਹਿਸਾਬ ਨਾਲ ਪੇਮੈਂਟ ਕਰ ਦਾਂਗੇ। ਇੰਟ੍ਰਿੰਸਿਕ ਵੈਲਿਊ ਮੈਥਡ ਦੇ ਵਿੱਚ ਦੋਨੋਂ ਕੰਪਨੀ ਦੇ ਸ਼ੇਅਰਸ ਦੀ ਜਿਹੜੀ ਹੈ ਇੰਟ੍ਰਿੰਸਿਕ ਵੈਲਿਊ ਕੱਢ ਲਈ ਜਾਂਦੀ ਹੈ ਔਰ ਉਹਦੇ ਕੰਪੈਰੀਜ਼ਨ ਦੇ ਵਿੱਚ ਜਿਹੜਾ ਹੈ ਉਹ ਪਰਚੇਸ ਕੰਸੀਡਰੇਸ਼ਨ ਨਿਕਲਦੀ ਹੈ। ਇੱਕ ਕੰਪਨੀ ਦਾ ਮੰਨ ਲਓ ਇੱਕ ਸ਼ੇਅਰ 15 ਰੁਪਏ ਦਾ, ਦੂਜੀ ਕੰਪਨੀ ਦਾ 30 ਰੁਪਏ ਦਾ, ਤਾਂ ਉਹ 2:1 ਦੀ ਰੇਸ਼ੋ ਹੋ ਗਈ, 1:2 ਦੀ ਰੇਸ਼ੋ ਹੋ ਗਈ, ਜਿਸ ਸਾਈਡ ਨਾਲ ਪਰਚੇਸਿੰਗ ਤੇ ਸੈਲਿੰਗ ਦੇ ਹਿਸਾਬ ਨਾਲ, ਤਾਂ ਉਹ ਰੇਸ਼ੋ ਬਣਾ ਕੇ ਜਿਹੜੀ ਹੈ ਪਰਚੇਸ ਕੰਸੀਡਰੇਸ਼ਨ ਪੇ ਕੀਤੀ ਜਾਂਦੀ ਹੈ। Then methods in detail. Lump sum method. Under this method, purchase consideration will be paid in lump sum as per the agreement of the company's valuation. For example, Y Limited takes over Z Limited for the amount of 20 lakh. Here 20 lakh is the purchase consideration. Lump sum method, lump sum amount fix होगी। 20 लाख business खरीदांगे, 20 लाख जड़ी है वो value हो गई business की। Lump sum method. Net asset method. Under the net asset method, purchase consideration is calculated by adding up the all the taken over assets on agreed value of the transfer company and deducting the taken over liabilities at agreed value। assets ਜਿਹੜੀਆਂ ਹੈਗੀਆਂ ਉਹ ਕਿਹੜੀ ਵੈਲਿਊ ਤੇ ਲਈਆਂ ਗਈਆਂ, ਉਹ ਵੈਲਿਊ ਲੈਸ ਉਹਨਾਂ ਚੋਂ liabilities ਜਿਹੜੀਆਂ ਟੇਕ ਓਵਰ ਕੀਤੀਆਂ ਉਹਨਾਂ ਦੀ ਵੈਲਿਊ ਕਰਕੇ ਜੋ ਨੈਟ ਵੈਲਿਊ ਆਏਗੀ ਉਹਨੂੰ ਅਸੀਂ ਪਰਚੇਸ ਕੰਸੀਡਰੇਸ਼ਨ ਕਹਾਂਗੇ। if agreed value is not mentioned the value appearing in the books of the transfer company should be taken into consideration। all fictitious assets should be ignored। fictitious assets ਨੂੰ ਅਸੀਂ ਇਗਨੋਰ ਕਰਾਂਗੇ, ਯਾਨੀ fictitious assets बेसिकली लॉस एसेट्स होंदियां, इन्हां नूं इग्नोर करांगे ते बाकी जो है एसेट्स की अगर नवी वैल्यू दी है, कोई एग्रीड वैल्यू दी है भी किन्ने वैल्यू ते लेनी है, तो वो वैल्यू नहीं तो जो बुक वैल्यू है उस वैल्यू ते एसेट्स टेक ओवर हो जाएंगे। ਜਿਹੜੀਆਂ एसेट्स भी परचेजिंग कंपनी ने टेक ओवर कीतियां उन्हां सारियां एसेट्स की वैल्यू, ठीक है जी। नेट एसेट मैथड में परचेज कंसीडरेशन कढण लई एग्रीड वैल्यू ऑफ एसेट्स टेकन ओवर लेस एग्रीड वैल्यू ऑफ लायबिलिटीज टेकन ओवर, डिफरेंस इज द परचेज कंसीडरेशन। Then net payment method. In this method, all payments made by the transferring company like preference shares, equity shares and cash are added together to find out the purchase consideration। हाँ जी, ਇਹਦੇ ਵਿੱਚ ਜੋ ਵੀ net payments ਕੀਤੀਆਂ ਗਈਆਂ selling company purchasing company ਵੱਲੋਂ selling company ਨੂੰ ਜੋ ਵੀ ਦਿੱਤਾ ਗਿਆ, ਉਹਦੇ preference share holder ਲਈ ਜੋ ਦਿੱਤਾ ਹੈ, ਉਹਦੇ equity share holder ਲਈ ਜੋ ਦਿੱਤਾ ਹੈ, ਉਹ ਸਭ ਨੂੰ ਟੋਟਲ ਕਰਕੇ ਜਿਹੜਾ ਹੈ इस तो अलावा जो कोई कैश दिता है वो सारा टोटल करके परचेज कंसीडरेशन आएगी। फॉर एग्जांपल एक्स लिमिटेड टेकन ओवर वाई लिमिटेड एट एग्रीड टू पे इक्विटी शेयर्स ऑफ 4 लाख एंड प्रेफरेंस शेयर्स ऑफ 2 लाख एंड कैश 50,000। इन्हां तीनों का टोटल करके 6,50,000 ਤੁਹਾਡੀ परचेज कंसीडरेशन बन जाएगी। परचेज कंसीडरेशन नेट पेमेंट मैथड ਦੇ ਵਿੱਚ प्रेफरेंस शेयर्स ਨੂੰ ਕੀ ਮਿਲਿਆ, इक्विटी शेयर होल्डर्स ਲਈ ਕੀ ਮਿਲਿਆ, और कैश टू इक्विटी और प्रेफरेंस शेयर ਜੇ कोई कैश ਦਿੱਤਾ है तो वो आ जाएगा परचेज कंसीडरेशन। Then intrinsic worth method. Under this method, purchase consideration is derived on the proportion in which the shares of the transferring company are exchanged for the shares of the transfer company। transferring company ਦੇ transfer company ਦੇ किस तरीके नाल exchange किते जाएंगे ਉਹਦੀ ਜਿਹੜੀ ਹੈ वैल्यू इंट्रिंसिक वैल्यू ਕੱਟ ਕੇ ਉਹਦੇ ਹਿਸਾਬ ਨਾਲ ਰੇਸ਼ੋ ਕੱਢੀ ਜਾਏਗੀ ਤੇ ਉਹਦੇ ਹਿਸਾਬ ਨਾਲ ਪੇਮੈਂਟ ਕੀਤੀ ਜਾਏਗੀ। The ratio of exchange is usually determined on the basis of the intrinsic or yield value।
For example, A Limited is absorbed by B Limited. A Limited ਨੂੰ B Limited absorb ਕਰ ਰਹੀ ਹੈ, यानी B Limited purchasing company है, A Limited selling company है. It was decided that the holder of every 3 share of A Limited was to receive 5 share in B Limited. अगर ये decide हो गया कि A ਦੇ 3 ਸ਼ੇਅਰ ਨੂੰ B ਦੇ 5 ਸ਼ੇਅਰ ਮਿਲਣਗੇ, ਤਾਂ A ਦੇ ਮੰਨ ਲਓ 3 ਲੱਖ ਸ਼ੇਅਰ ਸੀਗੇ, ਤਾਂ B ਦੇ 5 ਲੱਖ ਸ਼ੇਅਰ ਉਹਨਾਂ ਨੂੰ ਮਿਲ ਜਾਣਗੇ ਰੇਸ਼ੀਓ ਦੇ ਹਿਸਾਬ ਨਾਲ, ਠੀਕ ਹੈ ਜੀ। Then examples of purchase consideration: the abstract of the balance sheet of X Limited, AXE Limited, as on 31st March 2020 is as follows: liabilities, equity share capital 100 each, 15 lakh, and 12% preference share capital 8 lakh, and 13% debentures. Liability side पे equity capital है 15 लाख दी, preference capital 8 लाख दी, ते debenture है 3 लाख दे। On 31st March 2020, BXC Limited agreed to take over AXE Limited on the following terms: for each preference share in AXE Limited, rupees 10 in cash and 19% preference share of 100 each. हाँ जी, उदा अपना preference share किन्ने दा 100 दा, ठीक है। 8 लाख दी कैपिटल है, हर preference share ली 100 ਨਾਲ डिवाइड करके 8000 शेयर आ गए। हर preference share ਨੂੰ 10 रुपए कैश मिलणगे, उस तो इलावा एक शेयर भी मिलेगा 100 रुपए वाला, ठीक है जी। तो प्रेफरेंस शेयर में कैश कितना मिलेगा, 8 लाख डिवाइडेड बाय 100, 8000 शेयर आ गया, 10 रुपए पर शेयर कैश है, 80000 रुपए कैश हो गया। उस तो इलावा एक शेयर के बदले एक शेयर है, तो 8000 शेयर 100 रुपए के सामने 8 लाख का ए पेमेंट होगी। देन फॉर सेकंड पॉइंट कहना है, फॉर ईच इक्विटी शेयर ऑफ AXE Limited 20 in cash and 1 equity share in BXC Limited 100 each. It was decided that the shares of BXC Limited will be issued at market price 140 पर शेयर। शेयर ਜਿਹੜੇ ਹੈ 140 रुपए पर शेयर ਦੇ ਹਿਸਾਬ ਨਾਲ ਇਸ਼ੂ ਕੀਤੇ ਜਾਣਗੇ। ਪਹਿਲੇ ਤਾਂ 20 रुपए पर शेयर ਕੈਸ਼ ਹੈ, 15 ਲੱਖ ਦੀ ਕੈਪੀਟਲ ਹੈ, 100 ਨਾਲ ਡਿਵਾਈਡ ਕੀਤਾ 15000 ਸ਼ੇਅਰ, 15000 ਨੂੰ ਸ਼ੇਅਰਾਂ ਨੂੰ 20 रुपए पर शेयर ਕੈਸ਼, ਤਾਂ 15000 ਗੁਣਾ 20, 3 ਲੱਖ रुपए ਸਾਡੀ ਇਹ ਜਿਹੜੀ ਕੈਸ਼ ਆ ਗਈ ਵੈਲਿਊ। ਉਸ ਤੋਂ ਇਲਾਵਾ ਇੱਕ ਸ਼ੇਅਰ ਦੇ ਬਦਲੇ ਇੱਕ ਸ਼ੇਅਰ ਹੈ ਜੀ, 15 ਲੱਖ ਡਿਵਾਈਡਡ ਬਾਈ 100, ਤਾਂ 15000 ਸ਼ੇਅਰ ਹੋ ਗਏ। 15000 ਸ਼ੇਅਰ ਦੇ ਬਦਲੇ 15000 ਸ਼ੇਅਰ ਹੀ ਆਣਗੇ, ਤੇ 100 रुपए वाला शेयर 140 का वैल्यू करना, तो 15000 गुना 140, 15000 शेयर एट 140 ईच, 21 लाख ए हो गया। तो टोटल लगा के ये साडी परचेज कंसीडरेशन आ जाएगी। थर्ड पॉइंट लिखा, लिक्विडेशन एक्सपेंसेस ऑफ AXE Limited आर टू बी रीइंबर्स्ड बाय BXC Limited टू द एक्सटेंट ऑफ 10000, एक्चुअल एक्सपेंसेस अमाउंटेड टू 12000। एक्सपेंसेस दी पेमेंट जिहड़ी है वो तो एक्सपेंस हो गया, वो तो शेयर होल्डर्स ਨੂੰ कोई बेनिफिट नहीं मिला, इट इज नॉट अ पार्ट ऑफ परचेज कंसीडरेशन, इन्हों परचेज कंसीडरेशन का पार्ट नहीं गिनिया जाएगा। लिक्विडेशन एक्सपेंसेस रीइंबर्स्ड बाय AXE Limited, BXC Limited will not be included in the amount of purchase consideration। ये ਜਿਹੜੇ एक्सपेंसेस है परचेज कंसीडरेशन का पार्ट नहीं बनेंगे। हाँ, ये बेटा अपन नेट पेमेंट मैथड किया, नेट पेमेंट जो जो उन्होंने देने की गल कही ਉਹਦੇ ਨਾਲ परचेज कंसीडरेशन होगी। देन सेकंड इलस्ट्रेशन, A Limited and B Limited decided to amalgamate on 31st March 2020. On that date, the position was A company net asset 38,700, net liabilities 12,900, and B company net assets 28,440 and net liabilities 7,440. The shares capital of the combined company is to be 2400 preference shares of 10 each and balance in equity shares of 5 each fully paid share. शेयर कैपिटल 2400 शेयर 10 रुपए वाले प्रेफरेंस है, ते बाकी जेडे इक्विटी शेयर है। द अलोकेशन ऑफ शेयर्स बिटवीन ए कंपनी एंड बी कंपनी इज इक्वल। ए कंपनी ते बी कंपनी नु शेयर इक्वल मिलणगे, इक्वल एक्सेप्ट दैट द सरप्लस कंपनी ऑफ सरप्लस कैपिटल ऑफ एनी कंपनी इज टू बी डिस्चार्ज इन प्रेफरेंस शेयर। अगर किसी कंपनी दी सरप्लस कैपिटल है तो वो प्रेफरेंस शेयर से डिस्चार्ज होगी। कैलकुलेट परचेज कंसीडरेशन एंड शो द डिटेल्स ऑफ डिस्ट्रीब्यूशन ऑफ शेयर्स। सब तो पहले तो नेट एसेट मेथड तो ਅਸੀਂ परचेज कंसीडरेशन कैलकुलेट करांगे। नेट एसेट A लिमिटेड ਦੀਆਂ ਸੀਗੀਆਂ 38700 और लायबिलिटी 12900, कैपिटल आ गई 20, नेट एसेट्स आ गईਆਂ 25800 और B लिमिटेड ਦੀਆਂ नेट एसेट्स आ गईਆਂ 21000, एसेट्स ਸੀਗੀਆਂ 28440 एंड लायबिलिटी 7440। एसेट्स एंड लायबिलिटीज तो ਅਸੀਂ नेट एसेट्स कर ਲੀਆਂ 25800 ਤੇ 21000। देयर इज अ डिफरेंस बिटवीन नेट एसेट्स 4800। ਇਹ ਜਿਹੜੀ 4800 ਦੀ ਪੇਮੈਂਟ ਹੈ ਉਹ ਆਪਣਾ ਕੁਐਸਚਨ ਕਹਿ ਰਿਹਾ ਸੀ ਕਿ ਪ੍ਰੈਫਰੈਂਸ ਸ਼ੇਅਰਸ ਕੀਤੀ ਜਾਏਗੀ। ਬਾਕੀ ਜਿਹੜੀ ਕੈਪੀਟਲ ਇਕੁਅਲ ਹੈ
ਉਹ ਅਸੀਂ ਇਕੁਅਲੀ ਵੰਡਾਂਗੇ ਸਾਰੀ ਕੈਪੀਟਲ, ਠੀਕ ਹੈ ਜੀ। ਤਾਂ ਪਹਿਲੇ ਅਸੀਂ ਪ੍ਰੈਫਰੈਂਸ ਸ਼ੇਅਰ ਦੇਤੇ 4800 ਦੇ, ਤਾਂ ਫਾਈਨਲ ਕੈਪੀਟਲ 21000 ਰਹਿ ਗਈ ਦੋਨਾਂ ਦੀ। ਤਾਂ ਇਹ ਕੰਪਨੀ ਨੂੰ 4800 ਦੇ ਪ੍ਰੈਫਰੈਂਸ ਸ਼ੇਅਰ ਮਿਲ ਗਏ। ਤਾਂ ਇਹ ਕੰਪਨੀ ਨੂੰ ਹੁਣ ਤੱਕ ਜੋ ਪੇਮੈਂਟ ਮਿਲੀ ਹੈ 4800 ਪ੍ਰੈਫਰੈਂਸ ਸ਼ੇਅਰ ਮਿਲੀ ਹੈ। ਉਸ ਤੋਂ ਇਲਾਵਾ ਹੁਣ ਦੋਨਾਂ ਦੀ ਪੇਮੈਂਟ ਬਰਾਬਰ ਪੈਂਡਿੰਗ ਹੈ। ਤਾਂ ਇੱਕ ਪ੍ਰੈਫਰੈਂਸ ਸ਼ੇਅਰ 2400 ਚੋਂ ਜਿਹੜੇ ਤੁਸੀਂ ਵੰਡ ਤੇ 2400 ਗੁਣਾ 10 24000 ਦੀ ਕੈਪੀਟਲ ਬਣਦੀ ਹੈ। 4800 ਤੁਸੀਂ ਵੰਡਤੀ 19200 ਬਚ ਗਈ। ਇਹ ਪ੍ਰੈਫਰੈਂਸ ਕੈਪੀਟਲ ਬਰਾਬਰ ਵੰਡਤੀ ਦੋਨਾਂ ਨੂੰ 9600 ਤੇ ਬਾਕੀ ਦੇ ਜੋ ਪੇਮੈਂਟ ਹੈਗੀ 11400 ਦੀ 11400 ਉਹ ਇਕੁਇਟੀ ਸ਼ੇਅਰ 5 ਰੁਪਏ ਦਾ ਇੱਕ ਸ਼ੇਅਰ ਹੈ, ਉਥੋਂ ਨੰਬਰ ਆਫ ਸ਼ੇਅਰ ਕੱਢ ਸਕਦੇ ਆਪਾਂ 11400 ਡਿਵਾਈਡਡ ਬਾਈ 5 ਨੰਬਰ ਆਫ ਸ਼ੇਅਰ ਆ ਜਾਣਗੇ। ਤਾਂ ਇਕੁਇਟੀ ਸ਼ੇਅਰ ਦੇਤੇ ਉਹਦੇ। ਤਾਂ ਫਾਈਨਲ ਪੇਮੈਂਟ ਜਿਹੜੀ ਬਣੀ ਏ ਲਿਮਟਿਡ ਨੂੰ, ਇਹ ਕੰਪਨੀ ਨੂੰ ਮਿਲੀ ਹੈ 9600 ਦੇ ਪ੍ਰੈਫਰੈਂਸ ਸ਼ੇਅਰ ਆ ਵਾਲੇ ਮਿਲੇ ਆ, 4800 ਪਹਿਲੇ ਮਿਲੇ ਸੀ ਉਹਨਾਂ ਨੂੰ, ਟੋਟਲ 14400 ਦੇ ਪ੍ਰੈਫਰੈਂਸ ਸ਼ੇਅਰ ਮਿਲੇ ਆ, ਜਦਕਿ ਬੀ ਕੰਪਨੀ ਨੂੰ ਸਿਰਫ 9600 ਦੇ ਪ੍ਰੈਫਰੈਂਸ ਸ਼ੇਅਰ ਮਿਲੇ ਆ। ਔਰ ਇਕੁਇਟੀ ਕੈਪੀਟਲ ਦੋਨਾਂ ਨੂੰ 11400 ਦੀ 11400 ਮਿਲੀ ਹੈ। ਫਾਈਨਲ ਪਰਚੇਜ਼ ਕੰਸੀਡਰੇਸ਼ਨ ਜੋ ਉਹਨਾਂ ਦੀ ਫਾਈਨਲ ਪਰਚੇਜ਼ ਕੰਸੀਡਰੇਸ਼ਨ ਨਿਕਲੀ ਸੀ ਉੱਪਰ 25800 ਤੇ 21000 ਉਨੀ ਉਹਨਾਂ ਨੂੰ ਪੇਮੈਂਟ ਹੋ ਗਈ। ਸ਼ੇਅਰਸ ਦੀ ਪੇਮੈਂਟ ਕਿੱਦਾਂ ਕਰਨੀ ਹੈ ਉਹ ਥੋੜਾ ਡਿਫਰੈਂਸ਼ੀਏਟ ਸੀਗਾ, ਉਹ ਅਸੀਂ ਉਸ ਹਿਸਾਬ ਨਾਲ ਪੇਮੈਂਟ ਉਹਨਾਂ ਨੂੰ ਕਰਤੀ। ਦਿਸ ਇਜ਼ ਦਾ ਆਲ ਅਬਾਊਟ ਦਾ ਪਰਚੇਜ਼ ਕੰਸੀਡਰੇਸ਼ਨ। ਨੈਕਸਟ ਲੈਕਚਰ ਦੇ ਵਿੱਚ ਆਪਾਂ ਜਿਹੜਾ ਹੈ ਅਕਾਊਂਟਿੰਗ ਟ੍ਰੀਟਮੈਂਟ, ਕਿੱਦਾਂ ਅਕਾਊਂਟਿੰਗ ਐਂਟਰੀਜ਼ ਪਾਸ ਕੀਤੀਆਂ ਜਾਂਦੀਆਂ, ਕਿੱਦਾਂ ਸੈਲਿੰਗ ਕੰਪਨੀਆਂ ਬੁੱਕਸ ਕਲੋਜ਼ ਹੁੰਦੀਆਂ, ਕਿੱਦਾਂ ਪਰਚੇਜ਼ਿੰਗ ਕੰਪਨੀ ਐਂਟਰੀਜ਼ ਪਾਸ ਕਰਦੀ ਹੈ, ਅਕਾਊਂਟਿੰਗ ਟ੍ਰੀਟਮੈਂਟ ਕਰਦੀ ਹੈ, ਜਾਂ ਉਸ ਤੋਂ ਬਾਅਦ ਬੈਲੈਂਸ ਸ਼ੀਟ ਬਣਾਉਂਦੀ ਹੈ ਆਪਣੀ ਅਮਲਗਾਮੇਟਿਡ ਨਵੀਂ ਬੈਲੈਂਸ ਸ਼ੀਟ। ਉਹ ਸਾਰਾ ਕੁਝ ਆਪਾਂ ਨੈਕਸਟ ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਥੈਂਕ ਯੂ। ਰੈਫਰੈਂਸ ਵਾਸਤੇ ਤੁਸੀਂ ਐਡਵਾਂਸ ਅਕਾਊਂਟਿੰਗ ਦੀ SP ਜੈਨ ਐਂਡ KL ਨਾਰੰਗ ਦੀ ਬੁੱਕ ਦੇਖ ਸਕਦੇ ਹੋ। ਥੈਂਕ ਯੂ ਆਲ।